BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। 에ਅਰ ਕੈਨੇਡਾ ਨੇ ਟੋਰਾਂਟੋ ਪੀਅਰਸਨ 에ਅਰਪੋਰਟ ਤੇ ਹੋਈ $24 ਮਿਲੀਅਨ ਸੋਨੇ ਦੀ ਚੋਰੀ ਦੇ ਦੋਸ਼ਾਂ ਨੂੰ ਕੀਤਾ ਖਾਰਜ। ਸਾਲ ਦੇ ਸ਼ੁਰੂ ਵਿੱਚ $24 ਮਿਲੀਅਨ ਦਾ ਸੋਨਾ ਅਤੇ ਨਕਦੀ ਹੋਇਆ ਸੀ ਚੋਰੀ। ਓਨਟਾਰੀਓ 'ਚ 5% ਵੱਧ ਸਕਦੀ ਹੈ ਟਿਊਸ਼ਨ ਅਤੇ ਫੰਡਿੰਗ ਫੀਸ, ਕਾਲਜਾਂ ਨੇ ਵਾਧੇ ਦੀ ਕੀਤੀ ਮੰਗ। ਹਾਵੀਅਰ ਮਿਲੇ ਅਰਜਨਟੀਨਾ ਦੇ ਸੱਜੇ ਪੱਖੀ ਬਾਹਰੀ ਵਿਅਕਤੀ ਨੇ ਜਿੱਤੀ ਰਾਸ਼ਟਰਪਤੀ ਚੋਣ। 10 ਦਸੰਬਰ ਨੂੰ 4 ਸਾਲ ਲਈ ਰਾਸ਼ਟਰਪਤੀ ਅਹੁਦੇ ਲਈ ਚੁੱਕਣਗੇ ਸਹੁੰ। ਇਟਲੀ ਮਾਫੀਆ ਮੁਕੱਦਮੇ ਵਿੱਚ ਮੌਬ ਨਾਲ ਸੰਬੰਧਾਂ ਲਈ 200 ਤੋਂ ਵੱਧ ਬਚਾਓ ਪੱਖਾਂ ਨੂੰ 2200 ਸਾਲ ਦੀ ਸੁਣਾਈ ਗਈ ਸਜ਼ਾ। ਹੁਣ ਖਬਰਾਂ ਵਿਸਥਾਰ ਨਾਲ। 에ਅਰ ਕੈਨੇਡਾ ਨੇ ਇਸ ਸਾਲ ਦੇ ਸ਼ੁਰੂ ਵਿੱਚ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੇ ਉਸ ਦੀਆਂ ਸੁਵਿਧਾਵਾਂ ਤੋਂ $23.8 ਮਿਲੀਅਨ ਦਾ ਸੋਨਾ ਅਤੇ ਨਕਦੀ ਚੋਰੀ ਹੋਣ ਦੇ ਮਾਮਲੇ ਦੇ ਦੋਸ਼ਾਂ 'ਚ ਕਿਹਾ ਕਿ ਇਸ ਵਿੱਚ 에ਅਰ ਕੈਨੇਡਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। ਜਾਣਕਾਰੀ ਮੁਤਾਬਕ 17 ਅਪ੍ਰੈਲ ਨੂੰ 에ਅਰ ਕੈਨੇਡਾ 에ਅਰਪੋਰਟ ਦੇ ਵੇਅਰਹਾਊਸ ਤੋਂ ਇੱਕ ਚੋਰ ਮਹਿੰਗੇ ਮਾਲ ਨੂੰ ਲੈ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ 에ਅਰਲਾਈਨ ਨੂੰ ਸੁਰੱਖਿਆ ਸੇਵਾਵਾਂ ਕੰਪਨੀ ਬ੍ਰਿੰਕਸ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਪੱਖ ਦੇ ਇੱਕ ਬਿਆਨ ਵਿੱਚ 에ਅਰ ਕੈਨੇਡਾ ਨੇ ਬ੍ਰਿੰਕਸ ਦੇ ਸੂਟ ਵਿੱਚ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ 에ਅਰ ਕੈਨੇਡਾ ਨੇ ਆਪਣੇ ਕੈਰੀਅਰ ਕੰਟਰੈਕਟ ਨੂੰ ਪੂਰਾ ਕੀਤਾ ਹੈ ਅਤੇ ਇਸ ਦੇ ਨਾਲ ਹੀ 에ਅਰ ਕੈਨੇਡਾ ਨੇ ਕਿਸੇ ਵੀ ਲਾਪਰਵਾਹੀ ਜਾਂ ਗਲਤ ਵਿਵਹਾਰ ਤੋਂ ਇਨਕਾਰ ਕੀਤਾ ਹੈ। ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਨੇ ਅੱਗੇ ਕਿਹਾ ਕਿ ਬ੍ਰਿੰਕਸ ਵੇ ਬਿੱਲ ਤੋਂ ਢੋਆ-ਢੁਆਈ ਦੇ ਮੁੱਲ ਨੂੰ ਨੋਟ ਕਰਨ ਵਿੱਚ ਸਫਲ ਰਿਹਾ। ਵੇ ਬਿੱਲ ਇੱਕ ਦਸਤਾਵੇਜ਼ ਹੈ ਜੋ ਆਮ ਤੌਰ ਤੇ ਮਾਲ ਦੇ ਵੇਰਵਿਆਂ ਦੇ ਨਾਲ ਇੱਕ ਕੈਰੀਅਰ ਦੁਆਰਾ ਜਾਰੀ ਕੀਤਾ ਜਾਂਦਾ ਹੈ ਤੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਬ੍ਰਿੰਕਸ ਨੂੰ ਨੁਕਸਾਨ ਹੋਇਆ ਤਾਂ ਇੱਕ ਬਹੁਪੱਖੀ ਸੰਧੀ ਵਜੋਂ ਜਾਣੀ ਜਾਂਦੀ ਮੌਂਟਰੀਅਲ ਕਨਵੈਨਸ਼ਨ 에ਅਰ ਕੈਨੇਡਾ ਦੀ ਦੇਣਦਾਰੀ ਨੂੰ ਸੀਮਤ ਕਰੇਗੀ। ਪਿਛਲੇ ਮਹੀਨੇ ਫੈਡਰਲ ਕੋਰਟ ਫਾਈਲਿੰਗ ਵਿੱਚ ਬ੍ਰਿੰਕਸ ਨੇ ਇਕਰਾਰਨਾਮੇ ਦੀ ਉਲੰਘਣਾ ਅਤੇ ਲੱਖਾਂ ਡਾਲਰ ਦੇ ਹਰਜਾਨੇ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਇੱਕ ਅਣਪਛਾਤੇ ਵਿਅਕਤੀ ਨੇ 에ਅਰਲਾਈਨ ਦੇ ਕਾਰਗੋ ਵੇਅਰਹਾਊਸ ਤੱਕ ਪਹੁੰਚ ਪ੍ਰਾਪਤ ਕੀਤੀ ਅਤੇ ਜ਼ਿਊਰਿਕ ਤੋਂ 에ਅਰ ਕੈਨੇਡਾ ਦੀ ਇੱਕ ਫਲਾਈਟ ਪੀਅਰਸਨ ਵਿਖੇ ਉਤਰਨ ਤੋਂ ਲਗਭਗ 40 ਮਿੰਟ ਬਾਅਦ ਝੂਠੀ ਕਾਗਜ਼ੀ ਕਾਰਵਾਈ ਪੇਸ਼ ਕੀਤੀ। ਦਾਅਵੇ ਦੇ ਬਿਆਨ ਵਿੱਚ ਕਿਹਾ ਗਿਆ ਕਿ ਸਟਾਫ ਨੇ ਫਿਰ 24/12 ਦੇ ਰੂਪ ਵਿੱਚ 400 ਕਿਲੋਗ੍ਰਾਮ ਸੋਨਾ, ਵਰਤਮਾਨ ਵਿੱਚ $21.1 ਮਿਲੀਅਨ ਅਤੇ ਲਗਭਗ $US ਦੇ ਹਿਸਾਬ ਨਾਲ 2 ਮਿਲੀਅਨ ਨਕਦ ਚੋਰ ਨੂੰ ਸੌਂਪਿਆ, ਜੋ ਤੁਰੰਤ ਕਾਰਗੋ ਨਾਲ ਫਰਾਰ ਹੋ ਗਿਆ। ਕਾਲਜਸ ਓਨਟਾਰੀਓ ਦਾ ਕਹਿਣਾ ਹੈ ਕਿ ਉਹ ਸੂਬੇ ਨੂੰ ਅਗਲੇ ਸਤੰਬਰ ਲਈ 5% ਦੀ ਟਿਊਸ਼ਨ ਵਾਧੇ ਦੀ ਇਜਾਜ਼ਤ ਦੇਣਾ ਚਾਹੇਗਾ। ਇਸ ਦੇ ਨਾਲ ਹੀ ਉਹ ਆਪਰੇਟਿੰਗ ਗ੍ਰਾਂਟਾਂ ਵਿੱਚ 10% ਦੀ ਵਾਧੇ ਦੀ ਮੰਗ ਕਰ ਰਿਹਾ ਹੈ ਅਤੇ ਉੱਚ ਮੰਗ ਪ੍ਰੋਗਰਾਮਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਦਾਖਲੇ ਦੀ ਆਗਿਆ ਦੇਣ ਲਈ ਕੈਪ ਨੂੰ ਹਟਾਉਣ ਦੀ ਵੀ ਮੰਗ ਕਰ ਰਿਹਾ ਹੈ। ਪਿਛਲੇ ਹਫ਼ਤੇ ਇੱਕ ਸੁਤੰਤਰ ਪੈਨਲ ਨੇ ਪਾਇਆ ਕਿ ਸੂਬੇ ਭਰ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਤੀ ਤੌਰ ਤੇ ਸੰਘਰਸ਼ ਕਰ ਰਹੀਆਂ ਸਨ, ਜਿਸ ਤੋਂ ਬਾਅਦ ਇਸਨੇ ਸੂਬੇ ਨੂੰ 2019 ਵਿੱਚ ਲਾਗੂ ਕੀਤੇ ਟਿਊਸ਼ਨ ਫੀਸ ਨੂੰ ਹਟਾਉਣ ਅਤੇ ਪੋਸਟ ਸੈਕੰਡਰੀ ਸੰਸਥਾਵਾਂ ਨੂੰ ਪ੍ਰਤੀ ਵਿਦਿਆਰਥੀ ਫੰਡਿੰਗ ਵਧਾਉਣ ਦੀ ਸਿਫਾਰਿਸ਼ ਕੀਤੀ। ਟਿਊਸ਼ਨ ਫੀਸ ਦੀ ਵਾਧੇ ਦੀ ਮੰਗ ਨੂੰ ਲੈ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਬਾਰੇ ਮੰਤਰੀ ਜਿਲ ਡਨਲੋਪ ਦਾ ਕਹਿਣਾ ਹੈ ਕਿ ਸਰਕਾਰ ਰਿਪੋਰਟ ਦੀ ਸਮੀਖਿਆ ਕਰ ਰਹੀ ਹੈ ਅਤੇ ਸੰਸਥਾਵਾਂ ਨੂੰ ਵੱਧ ਤੋਂ ਵੱਧ ਕੁਸ਼ਲ ਹੋਣ ਲਈ ਕਹਿ ਰਹੀ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੈਲਨੀ ਜੋਲੀ ਨੇ ਕਿਹਾ ਕਿ ਹੋਰ 84 ਕੈਨੇਡੀਅਨਸ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਐਤਵਾਰ ਨੂੰ ਰਫਾਹ ਕ੍ਰੋਸਿੰਗ ਰਾਹੀਂ ਘੇਰਾਬੰਦੀ ਕੀਤੀ ਗਈ ਗਾਜ਼ਾ ਪੱਟੀ ਤੋਂ ਰਵਾਨਾ ਹੋਏ ਹਨ। ਐਕਸ ਤੇ ਕੀਤੀ ਆਪਣੀ ਇੱਕ ਪੋਸਟ ਵਿੱਚ ਮੈਲਨੀ ਜੋਲੀ ਨੇ ਕਿਹਾ ਕਿ ਕੈਨੇਡੀਅਨ ਕਾਇਰੋ, ਮਿਸਰ ਵੱਲ ਜਾ ਰਹੇ ਸਨ। ਇਸ ਤੋਂ ਬਾਅਦ ਆਪਣੀ ਪੋਸਟ ਰਾਹੀਂ ਮੈਲਨੀ ਜੋਲੀ ਨੇ ਕਿਹਾ ਕਿ ਮੈਂ ਐਮਰਜੈਂਸੀ ਵਾਚ ਐਂਡ ਰਿਸਪੌਂਸ ਸੈਂਟਰ ਵਿੱਚ ਕੰਮ ਕਰਨ ਵਾਲੇ ਸਾਡੇ ਸਾਰੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਕਾਇਰੋ ਲਈ ਉਹਨਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਇਆ। ਜਾਣਕਾਰੀ ਮੁਤਾਬਕ ਗਾਜ਼ਾ ਦੀ ਜਨਰਲ ਅਥਾਰਟੀ ਫॉर ਕ੍ਰਾਸਿੰਗਸ ਐਂਡ ਬਾਰਡਰਸ ਦੀ ਇੱਕ ਰੋਜ਼ਾਨਾ ਸੂਚੀ, ਜਿਸ ਵਿੱਚ ਰਫਾਹ ਲੈਂਡ ਕ੍ਰਾਸਿੰਗ ਰਾਹੀਂ ਮਿਸਰ ਵਿੱਚ ਜਾਣ ਲਈ ਮਨਜ਼ੂਰ ਕੀਤੇ ਗਏ ਵਿਦੇਸ਼ੀ ਪਾਸਪੋਰਟ ਧਾਰਕਾਂ ਦੇ ਨਾਮ ਸ਼ਾਮਲ ਹਨ। ਲੰਘੇ ਐਤਵਾਰ ਨੂੰ ਕੈਨੇਡਾ ਨਾਲ ਸੰਬੰਧ ਰੱਖਣ ਵਾਲੇ 135 ਲੋਕਾਂ ਨੂੰ ਸ਼ਾਮਲ ਕਰਨ ਲਈ ਐਕਸਪੈਂਡ ਕੀਤਾ ਗਿਆ। ਲੰਘੇ ਸ਼ੁੱਕਰਵਾਰ ਨੂੰ ਪ੍ਰਦਾਨ ਕੀਤੀ ਗਈ ਏਜੰਸੀ ਦੇ ਆਖਰੀ ਅਪਡੇਟ ਵਿੱਚ ਕਿਹਾ ਗਿਆ ਕਿ 376 ਕੈਨੇਡੀਅਨ ਸਥਾਈ ਨਿਵਾਸੀ ਅਤੇ ਉਹਨਾਂ ਦੇ ਰਿਸ਼ਤੇਦਾਰ ਰਫਾਹ ਕ੍ਰਾਸਿੰਗ ਰਾਹੀਂ ਫਲਸਤੀਨੀ ਖੇਤਰ ਛੱਡਣ ਦੇ ਯੋਗ ਹੋਏ ਹਨ। ਗਾਜ਼ਾ ਦੇ ਸਰਹੱਦੀ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੀ ਗਈ ਤਾਜ਼ਾ ਸੂਚੀ ਵਿੱਚ ਕੋਈ ਵੀ ਕੈਨੇਡੀਅਨ ਸ਼ਾਮਲ ਨਹੀਂ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸੰਘਰਸ਼ 7 ਅਕਤੂਬਰ ਨੂੰ ਸ਼ੁਰੂ ਹੋਇਆ, ਜਦੋਂ ਹਮਾਸ ਦੇ ਅਤਵਾਦੀਆਂ ਨੇ ਬੇਰਹਿਮੀ ਨਾਲ ਅਚਾਨਕ ਕੀਤੇ ਹਮਲਿਆਂ ਵਿੱਚ ਅੰਦਾਜ਼ਨ 1200 ਇਜ਼ਰਾਈਲੀਆਂ ਨੂੰ ਮਾਰ ਦਿੱਤਾ ਅਤੇ ਹੋਰ 240 ਲੋਕਾਂ ਨੂੰ ਬੰਦਕ ਬਣਾ ਲਿਆ, ਜਿਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਵਿਰੁੱਧ ਜੰਗ ਦਾ ਐਲਾਨ ਕੀਤਾ, ਇੱਕ ਹਵਾਈ ਹਮਲੇ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਗਾਜ਼ਾ, ਜੋ ਕਿ 2.3 ਮਿਲੀਅਨ ਫਲਸਤੀਨੀਆਂ ਦਾ ਘਰ ਹੈ, ਉਹਨਾਂ ਦਾ ਭੋਜਨ, ਬਾਲਣ, ਪਾਣੀ ਦੀ ਸਪਲਾਈ ਕਰ ਦਿੱਤੀ। ਖੇਤਰ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ 11,500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 2/3 ਔਰਤਾਂ ਅਤੇ ਬੱਚੇ ਸ਼ਾਮਲ ਹਨ ਅਤੇ ਹੋਰ 2,700 ਲੋਕ ਲਾਪਤਾ ਦੱਸੇ ਗਏ ਹਨ।
ਓਮਨੀ ਨਿਊਜ਼ ਲਈ ਵਿਸ਼ੇਸ਼ ਤੌਰ ਤੇ ਕੀਤੇ ਗਏ ਨਵੇਂ ਲੀਜ਼ੇ ਪੋਲ ਦੇ ਅਨੁਸਾਰ ਇੱਕ ਕਿਫਾਇਤੀ ਸੰਕਟ ਪ੍ਰਵਾਸੀਆਂ ਲਈ ਕੈਨੇਡੀਅਨ ਸੁਪਨੇ ਨੂੰ ਖਤਰੇ ਵਿੱਚ ਪਾ ਰਿਹਾ ਹੈ। ਸਰਵੇ ਵਿੱਚ ਪਾਇਆ ਗਿਆ ਹੈ ਕਿ 5 ਵਿੱਚੋਂ 2 ਪ੍ਰਵਾਸੀ ਪਰਿਵਾਰ ਆਪਣਾ ਗੁਜ਼ਾਰਾ ਚਲਾਉਣ ਲਈ ਸੰਘਰਸ਼ ਕਰ ਰਹੇ ਹਨ। ਪਿਛਲੇ 5 ਸਾਲਾਂ ਵਿੱਚ ਕੈਨੇਡਾ ਜਾਣ ਵਾਲਿਆਂ ਦਾ ਸਰਵੇ ਕਰਨ ਵੇਲੇ ਇਹ ਗਿਣਤੀ ਵੱਧ ਕੇ 54% ਹੋ ਗਈ ਹੈ। ਲੀਜ਼ੇ ਓਮਨੀ ਪੋਲ ਹਾਲ ਹੀ ਦੇ ਸਾਲਾਂ ਵਿੱਚ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਪੋਲਿੰਗ ਨਮੂਨਿਆਂ ਵਿੱਚੋਂ ਇੱਕ ਹੈ, ਜਿਸ ਨੇ 18 ਅਤੇ 25 ਅਕਤੂਬਰ ਦੇ ਵਿਚਕਾਰ ਕੈਨੇਡਾ ਭਰ ਵਿੱਚ 1522 ਪ੍ਰਵਾਸੀਆਂ ਦਾ ਸਰਵੇ ਕੀਤਾ। ਇਹ ਖਾਸ ਤੌਰ ਤੇ ਪ੍ਰਵਾਸੀਆਂ ਦਾ ਸਰਵੇ ਕਰਨ ਵਾਲੇ ਕੁਝ ਪੋਲਾਂ ਵਿੱਚੋਂ ਇੱਕ ਹੈ। ਸਰਵੇ ਵਿੱਚ ਪਾਇਆ ਗਿਆ ਕਿ ਰਹਿਣ ਸਹਿਣ ਦੀ ਲਾਗਤ ਦਾ ਸੰਕਟ ਪ੍ਰਵਾਸੀਆਂ ਨੂੰ ਸਖਤੀ ਨਾਲ ਮਾਰ ਰਿਹਾ ਹੈ। 83% ਲੋਕ ਮਹਿਸੂਸ ਕਰਦੇ ਹਨ ਕਿ ਕਿਫਾਇਤੀ ਸਮਰੱਥਾ ਨਾਲ ਨਿਪਟਣਾ ਹੋਰ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਵਿੱਤੀ ਜਾਂ ਕੈਰੀਅਰ ਦੇ ਮੌਕੇ 55% ਪ੍ਰਵਾਸੀਆਂ ਦੀ ਕੈਨੇਡਾ ਯਾਤਰਾ ਲਈ ਪ੍ਰੇਰਣਾਦਾਇਕ ਕਾਰਕ ਸਨ। ਸਰਵੇ ਕੀਤੇ ਗਏ ਲੋਕਾਂ ਚੋਂ ਅੱਧੇ ਤੋਂ ਘੱਟ ਸੋਚਦੇ ਹਨ ਕਿ ਆਉਣ ਵਾਲੇ ਲੋਕਾਂ ਦੀ ਸਹਾਇਤਾ ਲਈ ਕਾਫੀ ਨੌਕਰੀਆਂ ਹਨ। 1/4 ਮਹਿਸੂਸ ਕਰਦੇ ਹਨ ਕਿ ਕੈਨੇਡਾ ਵਿੱਚ ਉਹਨਾਂ ਦਾ ਅਨੁਭਵ ਉਮੀਦਾਂ ਤੋਂ ਘੱਟ ਰਿਹਾ ਹੈ। ਰਿਪੋਰਟ ਮੁਤਾਬਕ ਸੀਮਤ ਨੌਕਰੀ ਦੀਆਂ ਸੰਭਾਵਨਾਵਾਂ ਇੱਕ ਭੂਮਿਕਾ ਨਿਭਾਉਂਦੀਆਂ ਹਨ ਜੋ ਇੱਕ ਮਿਟਣ ਵਾਲਾ ਕੈਨੇਡੀਅਨ ਸੁਪਨਾ ਚਾਹਤਾ ਹੈ, ਜਿਸ ਨੂੰ ਉੱਤਰਦਾਤਾਵਾਂ ਨੇ ਬਹੁਤ ਜ਼ਿਆਦਾ ਜੀਵਨ ਦੀ ਸਥਿਰ ਅਤੇ ਚੰਗੀ ਗੁਣਵੱਤਾ, ਨਿੱਜੀ ਆਜ਼ਾਦੀ ਅਤੇ ਕੈਰੀਅਰ ਦੇ ਮੌਕਿਆਂ ਦੀ ਲੋੜ ਵਜੋਂ ਪਰਿਭਾਸ਼ਿਤ ਕੀਤਾ ਹੈ। ਪਰ ਓਮਨੀ ਲੀਜ਼ੇ ਪੋਲ ਵਿੱਚ ਉੱਤਰਦਾਤਾਵਾਂ ਵਿੱਚੋਂ 58% ਮਹਿਸੂਸ ਕਰਦੇ ਹਨ ਕਿ ਇਹ ਕੈਨੇਡੀਅਨ ਸੁਪਨਾ ਉਹਨਾਂ ਦੀ ਸਮਝ ਤੋਂ ਬਚ ਰਿਹਾ ਹੈ। ਪਿਛਲੇ ਮਹੀਨੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਖੁਲਾਸਾ ਕੀਤਾ ਸੀ ਕਿ ਕੈਨੇਡਾ ਟਿਕਾਊ ਵਿਕਾਸ ਨੂੰ ਸਮਰਥਨ ਦੇਣ ਲਈ 2026 ਲਈ ਆਪਣੇ ਇਮੀਗ੍ਰੇਸ਼ਨ ਟੀਚੇ ਨੂੰ ਸਥਿਰ ਕਰ ਰਿਹਾ ਹੈ। ਉਸਨੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬਦਲਣ ਦੇ ਉਪਾਵਾਂ ਦਾ ਵੀ ਐਲਾਨ ਕੀਤਾ। ਇਸ ਵਿੱਚ ਪ੍ਰੋਵਿੰਸਸ, ਪ੍ਰਦੇਸ਼ਾਂ ਅਤੇ ਨਗਰਪਾਲਿਕਾਵਾਂ ਦੇ ਸਹਿਯੋਗ ਨਾਲ ਰਿਹਾਇਸ਼, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਨੂੰ ਇਸ ਦੀ ਇਮੀਗ੍ਰੇਸ਼ਨ ਯੋਜਨਾਬੰਦੀ ਵਿੱਚ ਸ਼ਾਮਲ ਕਰਨਾ, ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਕੈਨੇਡਾ ਰੈਵਨਿਊ ਏਜੰਸੀ ਨੇ ਅੰਸ਼ਕ ਤੌਰ ਤੇ ਪੂਰੀ ਹੋਈ ਆਡਿਟਿੰਗ ਪ੍ਰਕਿਰਿਆ ਦੇ ਨਤੀਜੇ ਵਜੋਂ ਮਹਾਮਾਰੀ ਯੁੱਗ ਦੌਰਾਨ ਵੇਜ ਸਬਸਿਡੀ ਪ੍ਰੋਗਰਾਮ ਰਾਹੀਂ ਰੁਜ਼ਗਾਰਦਾਤਾਵਾਂ ਨੂੰ ਵੰਡੇ ਗਏ ਫੰਡਾਂ ਵਿੱਚੋਂ $458 ਮਿਲੀਅਨ ਨੂੰ ਅਸਵੀਕਾਰ ਜਾਂ ਐਡਜਸਟ ਕੀਤਾ ਹੈ। ਜਾਣਕਾਰੀ ਮੁਤਾਬਕ ਏਜੰਸੀ ਇੱਕ ਰਿਪੋਰਟ ਜਾਰੀ ਕਰ ਰਹੀ ਹੈ ਜੋ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਦੇ ਆਪਣੇ ਆਡਿਟ ਦੇ ਵਿਸਤ੍ਰਿਤ ਨਤੀਜਿਆਂ ਦੀ ਪੇਸ਼ਕਸ਼ ਕਰਦੀ ਹੈ। ਖੋਜਾਂ ਦਾ ਵੱਡਾ ਹਿੱਸਾ 31 ਮਾਰਚ ਨੂੰ ਖਤਮ ਹੋਣ ਵਾਲੀ ਮਿਆਦ ਨੂੰ ਕਵਰ ਕਰਦਾ ਹੈ, ਪਰ ਰਿਪੋਰਟ 29 ਸਤੰਬਰ ਤੱਕ ਦੇ ਹੋਰ ਅਪ ਟੂ ਡੇਟ ਅੰਕੜੇ ਵੀ ਪੇਸ਼ ਕਰਦੀ ਹੈ। ਰਿਪੋਰਟ ਮੁਤਾਬਕ CEWS ਪ੍ਰੋਗਰਾਮ ਨੇ ਕੰਪਨੀਆਂ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਆਪਣੇ ਕਰਮਚਾਰੀਆਂ ਨੂੰ ਫੜੀ ਰੱਖਣ ਲਈ ਉਤਸ਼ਾਹਿਤ ਕਰਨ ਦੀ ਉਮੀਦ ਵਿੱਚ ਕਾਰੋਬਾਰਾਂ ਦੇ ਸਟਾਫ ਦੀਆਂ ਤਨਖਾਹਾਂ ਵਿੱਚ 75% ਦੀ ਸਬਸਿਡੀ ਦਿੱਤੀ, ਕਿਉਂਕਿ ਸਰਕਾਰਾਂ ਨੇ ਸ਼ਟਡਾਊਨ ਲਾਗੂ ਕੀਤਾ ਸੀ। ਕੁੱਲ ਮਿਲਾ ਕੇ ਪ੍ਰੋਗਰਾਮ ਨੇ ਲਗਭਗ $100 ਬਿਲੀਅਨ ਤਨਖਾਹ ਸਬਸਿਡੀਆਂ ਵੰਡੀਆਂ। ਜਾਣਕਾਰੀ ਮੁਤਾਬਕ ਪਿਛਲੇ ਸਾਲ ਆਡੀਟਰ ਜਨਰਲ ਕੈਰਨ ਹੋਗਨ ਦੀ ਇੱਕ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਹਜ਼ਾਰਾਂ ਕਾਰੋਬਾਰ ਜਿਨ੍ਹਾਂ ਨੇ ਮਜ਼ਦੂਰੀ ਸਬਸਿਡੀਆਂ ਪ੍ਰਾਪਤ ਕੀਤੀਆਂ ਹਨ ਉਹ ਪ੍ਰੋਗਰਾਮ ਲਈ ਯੋਗ ਨਹੀਂ ਹੋ ਸਕਦੇ ਹਨ। ਉਹਨਾਂ ਦੇ GST ਅਤੇ HST ਫਾਈਲਿੰਗਸ ਦਾ ਪਤਾ ਲਗਾਉਣ ਤੋਂ ਬਾਅਦ ਯੋਗਤਾ ਪ੍ਰਾਪਤ ਕਰਨ ਲਈ ਆਮਦਨ ਵਿੱਚ ਜ਼ਿਆਦਾ ਕਮੀ ਨਹੀਂ ਦਿਖਾਈ ਗਈ। ਉੱਥੇ ਹੀ ਲੰਘੇ ਸੋਮਵਾਰ ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸਬਸਿਡੀ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਮਾਲਕ ਬਹੁਤ ਜ਼ਿਆਦਾ ਅਨੁਕੂਲ ਸਨ। ਜ਼ਿਆਦਾਤਰ ਦਾਅਵੇ ਦੀ ਵਿਵਸਥਾ ਅਯੋਗਤਾ ਦੀ ਬਜਾਏ ਗਣਨਾ ਦੀਆਂ ਗਲਤੀਆਂ ਅਤੇ ਦਸਤਾਵੇਜ਼ਾਂ ਦੀ ਘਾਟ ਨਾਲ ਸੰਬੰਧਿਤ ਸਨ। ਇਸ ਮਾਮਲੇ 'ਚ CRA ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੁਝ ਅਗਰੈਸਿਵ ਗੈਰ ਪਾਲਣਾ ਪਾਈ ਗਈ ਹੈ, ਜਿਸ ਵਿੱਚ ਦਾਅਵੇਦਾਰਾਂ ਨੂੰ ਵਿਚੋਲਿਆਂ ਦੀ ਵਰਤੋਂ ਕਰਨ ਦਾ ਸ਼ੱਕ ਹੈ, ਜਿਨ੍ਹਾਂ ਨੇ ਜਾਣਬੁੱਝ ਕੇ ਗਲਤ ਜਾਂ ਜਾਣਬੁੱਝ ਕੇ ਗੈਰ ਅਨੁਕੂਲ ਦਾਅਵਿਆਂ ਦੇ ਉਤਪਾਦਨ ਦੀ ਸਹੂਲਤ ਦਿੱਤੀ। CRA ਦਾ ਕਹਿਣਾ ਹੈ ਕਿ ਉਹ ਸਤੰਬਰ ਦੇ ਅੰਤ ਤੱਕ ਇਹਨਾਂ ਫਾਈਲਾਂ ਦੇ ਸੰਬੰਧ ਵਿੱਚ $15 ਮਿਲੀਅਨ ਤੋਂ ਵੱਧ ਜੁਰਮਾਨੇ ਨੂੰ ਲਾਗੂ ਕਰ ਚੁੱਕਾ ਹੈ। ਇਸ ਦੌਰਾਨ ਏਜੰਸੀ ਦਾ ਕਹਿਣਾ ਹੈ ਕਿ ਆਡਿਟ ਦੇ ਨਤੀਜੇ ਵਜੋਂ ਕੁਝ ਮਾਮਲਿਆਂ ਨੂੰ ਇਸ ਦੇ ਅਪਰਾਧਿਕ ਜਾਂਚ ਪ੍ਰੋਗਰਾਮ ਨੂੰ ਵੀ ਭੇਜਿਆ ਗਿਆ ਹੈ। ਪ੍ਰੋਗਰਾਮ ਦਾ CRA ਦਾ ਆਡਿਟ ਜਾਰੀ ਹੈ ਅਤੇ ਘੱਟੋ ਘੱਟ 2025 ਤੱਕ ਜਾਰੀ ਰਹਿਣ ਦੀ ਉਮੀਦ ਹੈ। ਸਸਕੈਚੁਅਨ ਦੇ ਇੱਕ ਵਿਅਕਤੀ ਨੂੰ ਆਪਣੇ ਪਰਿਵਾਰਿਕ ਖੇਤ ਵਿੱਚ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ 'ਚ ਦੂਜੇ ਦਰਜੇ ਦੇ ਕਤਲ ਦਾ ਦੋਸ਼ੀ ਮੰਨਿਆ ਗਿਆ ਹੈ। ਜਾਣਕਾਰੀ ਮੁਤਾਬਕ ਬੈਟਲਫੋਰਡ ਅਦਾਲਤ ਵਿੱਚ ਇੱਕ ਜੱਜ ਨੇ 41 ਸਾਲ ਦੇ ਮਾਈਕਲ ਮੈਕੇ ਨੂੰ 10 ਸਾਲਾਂ ਲਈ ਪੈਰੋਲ ਦੀ ਕੋਈ ਸੰਭਾਵਨਾ ਦੇ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਮਾਮਲਾ ਸਾਲ 2020 ਦਾ ਹੈ, ਜਿਸ ਵਿੱਚ ਮਿਓਟਾ ਦੀ ਸਿੰਡੀ ਮੈਕੇ, ਜੋ ਕਿ ਉਸ ਵੇਲੇ 38 ਸਾਲ ਦੀ ਸੀ, ਦੀ ਫਰਵਰੀ 2020 ਵਿੱਚ ਮੌਤ ਹੋ ਗਈ ਸੀ। ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਕਿਹਾ ਗਿਆ ਕਿ ਮੈਡੀਕਲ ਸਟਾਫ ਨੇ ਉਸ ਵੇਲੇ RCMP ਨਾਲ ਸੰਪਰਕ ਕੀਤਾ ਕਿਉਂਕਿ ਉਸ ਦੀ ਮੌਤ ਸ਼ੱਕੀ ਜਾਪਦੀ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਗਿਆ ਸੀ ਕਿ ਮਾਈਕਲ ਮੈਕੇ ਨੇ ਸਟ੍ਰਿਕਨੀਨ, ਇੱਕ ਜ਼ਹਿਰੀਲੇ ਕੀਟਨਾਸ਼ਕ ਨੂੰ ਇੱਕ ਡਰਿੰਕ ਵਿੱਚ ਮਿਕਸ ਕਰਕੇ ਆਪਣੀ ਪਤਨੀ ਨੂੰ ਪਰੋਸਿਆ, ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਅਦਾਲਤ ਵਿੱਚ ਪੜ੍ਹੇ ਗਏ ਤੱਥਾਂ ਦੇ ਇੱਕ ਸਹਿਮਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋੜਾ 2004 ਵਿੱਚ ਚਰਚ ਵਿੱਚ ਮਿਲਿਆ ਸੀ, ਜਲਦੀ ਹੀ ਵਿਆਹ ਕਰਵਾ ਲਿਆ ਗਿਆ ਸੀ ਅਤੇ ਬਾਅਦ ਵਿੱਚ 3 ਬੱਚੇ ਹੋਏ ਸੀ। ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਮਾਈਕਲ ਮੈਕੇ ਦਾ ਅਫੇਅਰ ਚੱਲ ਰਿਹਾ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਮਾਈਕਲ ਮੈਕੇ ਨੇ ਆਪਣੀ ਪਤਨੀ ਨੂੰ ਜ਼ਹਿਰ ਦੇਣ ਤੋਂ ਕੁਝ ਦਿਨ ਪਹਿਲਾਂ ਦੂਜੀ ਔਰਤ ਨੂੰ ਮੈਸੇਜ ਕੀਤਾ ਸੀ, ਜਿਸ ਵਿੱਚ ਲਿਖਿਆ ਸੀ goodbye will likely be in a couple days। ਮਾਮਲੇ ਦੀ ਸੁਣਵਾਈ ਦੌਰਾਨ ਪਰਿਵਾਰਕ ਮੈਂਬਰਾਂ ਨੇ ਅਦਾਲਤ ਨੂੰ ਦੱਸਿਆ ਕਿ ਸਿੰਡੀ ਮੈਕੇ ਇੱਕ ਪਿਆਰ ਕਰਨ ਵਾਲੀ ਮਾਂ ਸੀ ਅਤੇ ਉਸ ਦੀ ਮੌਤ ਨੇ ਉਹਨਾਂ ਨੂੰ ਚਕਨਾਚੂਰ ਕਰ ਦਿੱਤਾ ਹੈ ਅਤੇ ਮਨ ਵਿੱਚ ਇੱਕ ਡਰ ਵੀ ਪੈਦਾ ਕਰ ਦਿੱਤਾ ਹੈ।
ਨੈਪੋਲੀਅਨ ਬੋਨਾਪਾਰਟ ਦੀ ਮਲਕੀਅਤ ਵਾਲੀ ਇੱਕ ਪ੍ਰਸਿੱਧ ਟੋਪੀ ਲੰਘੇ ਐਤਵਾਰ ਨੂੰ ਨਿਲਾਮੀ ਵਿੱਚ 1.9 ਮਿਲੀਅਨ ਯੂਰੋ ਕੈਨੇਡੀਅਨ ਡਾਲਰ ਵਿੱਚ 2.8 ਮਿਲੀਅਨ ਡਾਲਰ ਵਿੱਚ ਵੇਚੀ ਗਈ, ਜੋ ਅਨੁਮਾਨਿਤ ਕੀਮਤ ਤੋਂ ਕਿਤੇ ਵੱਧ ਹੈ। ਮੰਨਿਆ ਜਾਂਦਾ ਹੈ ਕਿ ਬਾਈਕੌਨ ਟੋਪੀ ਬੋਨਾਪਾਰਟ ਦੁਆਰਾ 1810 ਦੇ ਆਸ-ਪਾਸ ਜਾਂ 1806 ਦੇ ਸ਼ੁਰੂ ਵਿੱਚ ਪਹਿਨੀ ਗਈ ਸੀ, ਜਦੋਂ ਉਹ ਮਹਾਦੀਪ ਦੇ ਬਹੁਤ ਸਾਰੇ ਯੂਰਪ ਨੂੰ ਜਿੱਤਣ ਦੇ ਵਿਚਕਾਰ ਸੀ। ਇਸ ਸਮੇਂ ਬੋਨਾਪਾਰਟ ਨੇ ਪਹਿਲਾਂ ਹੀ ਆਪਣੇ ਆਪ ਨੂੰ ਫਰਾਂਸ ਦੇ ਸਮਰਾਟ ਦਾ ਤਾਜ ਪਹਿਨਾਇਆ ਸੀ। ਬਲੈਕ ਬੀਵਰ ਫਿਲ ਟੋਪੀ ਨੂੰ 600,000 ਤੋਂ 800,000 ਯੂਰੋ ਦੇ ਅੰਦਾਜ਼ਨ ਮੁੱਲ ਨਾਲ ਸੂਚੀਬੱਧ ਕੀਤਾ ਗਿਆ ਸੀ, ਪਰ 1.5 ਮਿਲੀਅਨ ਯੂਰੋ ਦੀ ਬੋਲੀ ਵਿੱਚ ਵੇਚਿਆ ਗਿਆ। ਨਿਲਾਮੀ ਘਰ ਨੂੰ ਵਾਧੂ 28.8% ਕਮਿਸ਼ਨ ਦੇ ਨਾਲ ਕੁੱਲ ਬਿੱਲ 1.9 ਮਿਲੀਅਨ ਯੂਰੋ ਤੇ ਖਤਮ ਹੋਇਆ। ਅਜੇ ਖਰੀਦਦਾਰ ਦੀ ਪਛਾਣ ਜਾਰੀ ਨਹੀਂ ਕੀਤੀ ਗਈ ਸੀ। ਦਸਤਖਤ ਵਾਲੀ ਚੌੜੀ ਕਾਲੀ ਟੋਪੀ ਆਧੁਨਿਕ ਦਿਨ ਤੱਕ ਸਰਵਾਈਵ ਕਰਨ ਲਈ ਸਿਰਫ ਇੱਕ ਮੁੱਠੀ ਭਰ ਦੇ ਬਰਾਬਰ ਹੈ। ਨਿਲਾਮੀ ਵਿੱਚ ਵਿਕਣ ਵਾਲੀ ਟੋਪੀ ਵੀ ਇੱਕ ਤਿਰੰਗੇ ਕਾਕੇਟ, ਚਿੱਟੇ, ਨੀਲੇ ਅਤੇ ਲਾਲ ਰਿਬਨ ਦੇ ਇੱਕ ਗੁਲਾਬ ਨਾਲ ਸ਼ਿੰਗਾਰੀ ਹੋਈ ਸੀ, ਜਿਸ ਦੀ ਇੱਕ ਕਮਾਲ ਦੀ ਕਹਾਣੀ ਹੈ। ਇਹ ਮੰਨਿਆ ਜਾਂਦਾ ਹੈ ਕਿ ਐਲਬਰਟ ਟਾਪੂ ਤੇ ਗੁਲਾਮੀ ਤੋਂ ਭੱਜਣ ਦੌਰਾਨ ਫੌਜੀ ਆਦਮੀ ਦੁਆਰਾ ਬੋਨਾਪਾਰਟ ਦੀ ਟੋਪੀ ਵਿੱਚ ਕਾਕੇਟ ਸ਼ਾਮਿਲ ਕੀਤਾ ਗਿਆ ਸੀ। ਓਸਨੇਟ ਨਿਲਾਮੀਕਾਰ ਲਿਖਦਾ ਹੈ ਕਿ ਬੋਨਾਪਾਰਟ ਨੇ 1 ਮਾਰਚ 1815 ਨੂੰ ਫ੍ਰੈਂਚ ਤੱਟ ਤੇ ਐਂਟੀਬੈਸ ਦੇ ਸਾਹਮਣੇ ਆਉਣ ਤੇ ਜੰਗੀ ਬੇੜੇ ਇਨਕਾਂਸਟੈਂਟ ਤੇ ਆਪਣੀ ਟੋਪੀ ਤੇ ਕਾਕੇਟ ਪਾ ਦਿੱਤਾ ਸੀ। ਟੋਪੀ ਦੀ ਇਹ ਵਿਕਰੀ ਰਿਡਲੇ ਸਕਾਟ ਦੀ ਫਿਲਮ ਨੈਪੋਲੀਅਨ ਦੇ ਜੋਆਕੁਇਨ ਫੀਨਿਕਸ ਦੇ ਨਾਲ ਸਿਰਲੇਖ ਦੀ ਭੂਮਿਕਾ ਵਿੱਚ ਰਿਲੀਜ਼ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹੈ, ਜੋ ਵਿਵਾਦਗ੍ਰਸਤ ਫ੍ਰਾਂਸੀਸੀ ਸ਼ਾਸਕ ਵਿੱਚ ਦਿਲਚਸਪੀ ਨੂੰ ਮੁੜ ਜਗਾ ਰਹੀ ਹੈ। ਪੀੜ੍ਹੀਆਂ ਤੋਂ ਇਟਲੀ ਦੇ ਸਭ ਤੋਂ ਵੱਡੇ ਮਾਫੀਆ ਟ੍ਰਾਇਲਾਂ ਵਿੱਚੋਂ ਇੱਕ ਵਿੱਚ 200 ਤੋਂ ਵੱਧ ਬਚਾਓ ਪੱਖਾਂ ਨੂੰ ਕੁੱਲ 2200 ਸਾਲਾਂ ਤੋਂ ਵੱਧ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 3 ਸਾਲਾਂ ਦੇ ਮੁਕੱਦਮੇ ਵਿੱਚ ਲੋਕਾਂ ਨੂੰ ਕਥਿਤ ਤੌਰ ਤੇ ਐਂਡ੍ਰੇਨਗੇਟਾ ਨਾਲ ਜੁੜੇ ਹੋਏ ਦੇਖਿਆ ਗਿਆ ਸੀ, ਜਿਨ੍ਹਾਂ ਨੂੰ ਜਬਰਨ ਵਸੂਲੀ ਤੋਂ ਲੈ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੱਕ ਦੇ ਅਪਰਾਧਾਂ ਲਈ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਏ ਗਏ ਲੋਕਾਂ ਵਿੱਚ ਇੱਕ ਸਾਬਕਾ ਇਟਾਲੀਅਨ ਸੈਨੇਟਰ ਵੀ ਸ਼ਾਮਲ ਸੀ। ਹਾਲਾਂਕਿ ਫੈਸਲਿਆਂ ਦੀ ਅਜੇ ਵੀ ਅਪੀਲ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਐਂਡ੍ਰੇਨਗੇਟਾ ਯੂਰਪ ਦੇ ਸਭ ਤੋਂ ਪ੍ਰਭਾਵਸ਼ਾਲੀ ਅਪਰਾਧਿਕ ਸੰਗਠਨਾਂ ਵਿੱਚੋਂ ਇੱਕ ਹੈ। ਇਸ ਕੇਸ ਨੇ ਦੱਖਣੀ ਇਟਲੀ ਦੀ ਰਾਜਨੀਤੀ ਅਤੇ ਸਮਾਜ ਉੱਤੇ ਭੀੜ ਦੇ ਵਿਆਪਕ ਪ੍ਰਭਾਵ ਨੂੰ ਦਰਸਾਇਆ। ਮਾਹਰਾਂ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ, ਕਾਰੋਬਾਰੀਆਂ ਅਤੇ ਸਿਆਸਤਦਾਨਾਂ ਸਮੇਤ ਸਫੇਦ ਕਾਲਰ ਵਰਕਰਾਂ ਦੀਆਂ ਸਜ਼ਾਵਾਂ ਇਤਾਲਵੀ ਸੰਸਥਾਵਾਂ ਦੇ ਸੰਗਠਿਤ ਅਪਰਾਧ ਦੇ ਦੂਰਗਾਮੀ ਪ੍ਰਭਾਵ ਨੂੰ ਦਰਸਾਉਂਦੀਆਂ ਹਨ। ਸਜ਼ਾ ਸੁਣਾਏ ਜਾਣ ਵੇਲੇ ਸਭ ਤੋਂ ਉੱਘੇ ਲੋਕਾਂ ਵਿੱਚ ਜਾਨਕਾਰਲੋ ਪਟੇਲੀ, ਸਾਬਕਾ ਪ੍ਰੀਮੀਅਰ ਸਿਲਵੀਓ ਬਰਲਸਕੋਨੀ ਦੀ ਪਾਰਟੀ ਫੋਰਜ਼ਾ ਇਟਾਲੀਆ ਦੇ ਇੱਕ ਵਕੀਲ ਅਤੇ ਸਾਬਕਾ ਸੈਨੇਟਰ ਸ਼ਾਮਲ ਸਨ। ਪਟੇਲੀ ਨੂੰ ਮਾਫੀਆ ਕਿਸਮ ਦੇ ਸੰਗਠਨ ਨਾਲ ਮਿਲੀ ਭੁਗਤ ਲਈ 11 ਸਾਲ ਦੀ ਸਜ਼ਾ ਮਿਲੀ। ਦੋਸ਼ੀ ਠਹਿਰਾਏ ਗਏ ਹੋਰਾਂ ਵਿੱਚ ਸਿਵਲ ਸੇਵਕ, ਵੱਖ-ਵੱਖ ਉਦਯੋਗਾਂ ਦੇ ਪੇਸ਼ੇਵਰ ਅਤੇ ਉੱਚ ਦਰ ਦੇ ਅਧਿਕਾਰੀ ਸ਼ਾਮਲ ਸਨ, ਜੋ ਜਾਇਜ਼ ਅਰਥਚਾਰੇ ਅਤੇ ਰਾਜ ਦੇ ਅਦਾਰਿਆਂ ਵਿੱਚ ਘੁਸਪੈਠ ਕਰਨ ਵਿੱਚ ਐਂਡ੍ਰੇਨਗੇਟਾ ਦੀ ਸਫਲਤਾ ਲਈ ਮਹੱਤਵਪੂਰਨ ਸਨ। ਇਸ ਮਾਮਲੇ ਵਿੱਚ 100 ਤੋਂ ਵੱਧ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ। BBC ਦੀ ਰਿਪੋਰਟ ਮੁਤਾਬਕ ਕੇਸ ਦੀ ਪ੍ਰਧਾਨਗੀ ਕਰ ਰਹੇ ਜੱਜਾਂ ਨੂੰ ਉਹਨਾਂ ਦੀ ਸੁਰੱਖਿਆ ਦੇ ਡਰੋਂ ਪੁਲਿਸ ਸੁਰੱਖਿਆ ਹੇਠ ਰੱਖਿਆ ਗਿਆ ਸੀ। ਅਰਜਨਟੀਨਾ ਨੇ 53 ਸਾਲਾ ਸੱਜੇ ਪੱਖੀ ਹਾਵੀਅਰ ਮਿਲੇ ਨੂੰ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਲਗਭਗ ਸਾਰੀਆਂ ਵੋਟਾਂ ਦੀ ਗਿਣਤੀ ਦੇ ਨਾਲ ਮਿਸਟਰ ਮਿਲੇ ਨੇ ਨਿਰਣਾਇਕ ਰਨ ਆਫ ਵਿੱਚ 56% ਦੇ ਕਰੀਬ ਜਿੱਤ ਪ੍ਰਾਪਤ ਕੀਤੀ ਸੀ। ਆਪਣੇ ਖੱਬੇ ਪੱਖੀ ਵਿਰੋਧੀ ਸਰਜੀਓ ਮਾਸਾ ਤੋਂ 44% ਨਾਲ ਅੱਗੇ ਰਹੇ। ਖਬਰਾਂ ਵਿੱਚ ਕੱਟੜਪੰਥੀ ਨਵੇਂ ਆਏ ਲੋਕਾਂ ਦੀ ਜਿੱਤ ਨੂੰ ਰਾਜਨੀਤਿਕ ਭੁਚਾਲ ਵਜੋਂ ਦਰਸਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਰਗੇ ਸਮਾਨ ਸੋਚ ਵਾਲੇ ਸਿਆਸਤਦਾਨਾਂ ਦੁਆਰਾ ਇਸ ਦਾ ਸਵਾਗਤ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਮਿਸਟਰ ਮਿਲੇ ਅਰਜਨਟੀਨਾ ਨੂੰ ਦੁਬਾਰਾ ਮਹਾਨ ਬਣਾਉਣਗੇ। ਉੱਥੇ ਹੀ ਬ੍ਰਾਜ਼ੀਲ ਦੇ ਸਾਬਕਾ ਨੇਤਾ ਜੇਰ ਬੋਲਸੋਨਾਰੋ ਨੇ ਕਿਹਾ ਕਿ ਉਮੀਦ ਦੱਖਣੀ ਅਮਰੀਕਾ ਵਿੱਚ ਦੁਬਾਰਾ ਚਮਕੇਗੀ। ਆਪਣੀ ਚੋਣ ਜਿੱਤ ਤੋਂ ਬਾਅਦ ਮੀਡੀਆ ਇੰਟਰਵਿਊ ਦੇ ਇੱਕ ਦੌਰ ਵਿੱਚ ਮਿਸਟਰ ਮਿਲੇ ਨੇ ਕਿਹਾ ਕਿ ਉਹ ਅਰਜਨਟੀਨਾ ਦੀ ਰਾਜ ਊਰਜਾ ਕੰਪਨੀ YPF ਅਤੇ ਦੇਸ਼ ਦੇ ਜਨਤਕ ਪ੍ਰਸਾਰਕਾਂ ਦਾ ਨਿੱਜੀਕਰਨ ਕਰੇਗਾ। ਚੁਣੇ ਗਏ ਰਾਸ਼ਟਰਪਤੀ ਨੇ ਇਹ ਵੀ ਐਲਾਨ ਕੀਤਾ ਕਿ ਜਨਤਕ ਕੰਮਾਂ ਨੂੰ 0 ਤੱਕ ਘਟਾ ਦਿੱਤਾ ਜਾਵੇਗਾ ਅਤੇ ਜੋ ਪਹਿਲਾਂ ਹੀ ਪ੍ਰਗਤੀ ਵਿੱਚ ਹਨ ਉਹਨਾਂ ਨੂੰ ਟੈਂਡਰ ਲਈ ਬਾਹਰ ਰੱਖਿਆ ਜਾਵੇਗਾ, ਤਾਂ ਜੋ ਕੋਈ ਹੋਰ ਰਾਜ ਖਰਚ ਨਹੀਂ ਹੋਵੇਗਾ। ਮਿਸਟਰ ਮਿਲੇ ਨੇ ਇਹ ਵੀ ਐਲਾਨ ਕੀਤਾ ਕਿ ਉਹ ਜੋ ਬਦਲਾਅ ਲਿਆਉਣਗੇ ਉਹ ਸਖਤ ਅਤੇ ਤੁਰੰਤ ਹੋਣਗੇ। BBC ਦੀ ਰਿਪੋਰਟ ਮੁਤਾਬਕ ਮਿਸਟਰ ਮਿਲੇ ਦਾ ਸੰਦੇਸ਼ ਬਿਊਨਸ ਆਇਰਸ ਦੀਆਂ ਗਲੀਆਂ ਵਿੱਚ ਉਸ ਦੀ ਜਿੱਤ ਦਾ ਜਸ਼ਨ ਮਨਾ ਰਹੇ ਵੋਟਰਾਂ ਨਾਲ ਗੂੰਜਦਾ ਦਿਖਾਈ ਦਿੱਤਾ। ਵਿਕਟੋਰੀਆ ਵਿਲਾਰੋਇਲ ਦੇ ਮਿਸਟਰ ਮਿਲੇ ਦੀ ਉਪ ਰਾਸ਼ਟਰਪਤੀ ਦੇ ਚੱਲ ਰਹੇ ਸਾਥੀ ਦੇ ਰੂਪ ਵਿੱਚ ਉਸ ਦੀ ਚੋਣ ਨੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੇ ਪ੍ਰਚਾਰਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ 1976 ਤੋਂ 1983 ਤੱਕ ਫੌਜੀ ਸ਼ਾਸਨ ਅਧੀਨ 30,000 ਲੋਕ ਮਾਰੇ ਗਏ ਜਾਂ ਜ਼ਬਰਦਸਤੀ ਗਾਇਬ ਕਰ ਦਿੱਤੇ ਗਏ। ਮਿਸ ਵਿਲਾਰੋਇਲ, ਜੋ ਕਿ ਇੱਕ ਫੌਜੀ ਪਰਿਵਾਰ ਤੋਂ ਆਉਂਦੀ ਹੈ, ਨੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਅਫਸਰਾਂ ਦਾ ਬਚਾਅ ਕੀਤਾ ਹੈ ਅਤੇ ਅਰਜਨਟੀਨਾ ਦੇ ਫੌਜੀ ਜੰਟਾਂ ਦੇ ਪੀੜਤਾਂ ਦੀ ਯਾਦ ਵਿੱਚ ਇੱਕ ਅਜਾਇਬ ਘਰ ਨੂੰ ਤੋੜਨ ਦਾ ਪ੍ਰਸਤਾਵ ਕੀਤਾ ਹੈ। ਮਿਸਟਰ ਮਿਲੇ ਅਤੇ ਵਿਲਾਰੋਇਲ 10 ਦਸੰਬਰ ਨੂੰ 4 ਸਾਲ ਦੇ ਕਾਰਜਕਾਲ ਲਈ ਸਹੁੰ ਚੁੱਕਣਗੇ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।